अस्सलामुअलैकुम, मैं तुहाडा अपना होस्ट चौधरी बाबर श्रीकांजू। तुसीं वेख रहे हो साडा यूट्यूब चैनल सिटी न्यूज़ जलालपुर भट्टियां ऑफिशियल है। सिटी न्यूज़ जलालपुर भट्टियां दी टीम ने अंत तक बड़ी कोशिश के बाद सानू ये बुजुर्ग मिले ने जिन्हां 14 अगस्त 1947 ਨੂੰ इंडिया तो पाकिस्तान हिजरत करके पाकिस्तान आके आबाद होए ने। इस टाइम ये जलालपुर भट्टियां दा नोई इलाका नवे शहर विच मौजूद ने बुजुर्ग। ਤੇ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਨੇ ਆ ਕਿ ਇਹਨਾਂ 14 ਅਗਸਤ 1947 ਨੂੰ ਇੰਡੀਆ ਤੋਂ ਕਿਸ ਤਰ੍ਹਾਂ ਹਿਜਰਤ ਕਰਕੇ ਪਾਕਿਸਤਾਨ ਆਏ ਨੇ ਤੇ ਕਿਨ ਮੁਸ਼ਕਲਾਂ ਦਾ ਨਾਲ ਸਾਹਮਣਾ ਕਰਨਾ ਪੜਿਆ। ਜੀ अस्सलाम वालेकुम। अस्सलाम वालेकुम। वालेकुम सलाम। बाबा जी ਤੁਹਾਡਾ ਨਾਂ ਕੀ ਹੈ? मेरा नाम दिलावर खान। अच्छा बाबा जी, ਜਦੋਂ 14 अगस्त 1947 इंडिया ਤੇ पाकिस्तान ਦੀ ਤਕਸੀਮ ਹੋਈ ਹੈ ਉਦੋਂ ਤੁਹਾਡੀ ਉਮਰ ਕਿੰਨੀ ਸੀ? मैं चौथी च पढ़दा सी, 12 साल। ਤੇ ਇਹ ਜਦੋਂ 14 ਅਗਸਤ 1947 ਨੂੰ ਬਾਬਾ ਕਾਇਦੇ ਆਜ਼ਮ ਨੇ ਵੰਡ ਕੀਤੀ ਹੈ ਪਾਕਿਸਤਾਨ ਦੀ, ਤੁਹਾਨੂੰ ਇਹਦਾ ਆਪਣਾ ਸੰਭਾਲਾ ਹੈ ਤੇ ਉੱਥੋਂ ਤੁਸੀਂ ਆਪਣੇ ਜਿੱਥੇ ਰਹਿੰਦੇ ਸੀ ਉਸ ਆਪਣੇ ਜ਼ਿਲ੍ਹੇ ਜਗ੍ਹਾ ਦਾ ਜ਼ਿਲ੍ਹਾ ਤਹਿਸੀਲ ਜਾਂ ਆਪਣੇ ਗਾਉਂ ਦਾ ਨਾਂ ਯਾਦ ਹੈ? ਬਿਲਕੁਲ ਯਾਦ ਹੈ। ਜ਼ਿਲ੍ਹਾ ਸਾਡਾ ਲੁਧਿਆਣਾ ਸੀ, ਤਹਿਸੀਲ ਸਮਰਾਲਾ ਸੀ, ਪਿੰਡ ਦਾ ਨਾਂ ਚੁਕਲੀ ਮੰਗਾ। ਤੇ ਜਦੋਂ ਤੁਸੀਂ ਇਹ ਐਲਾਨ ਸੁਣਿਆ ਕਿ ਪਾਕਿਸਤਾਨ ਇੱਕ ਅਲੱਗਾ ਮੁਲਕ ਬਣ ਚੁੱਕੇ, ਇਹ ਤੁਸੀਂ ਉਸ ਟਾਈਮ ਇੰਟਰਨੈਟ ਜਦੀਦ ਦੌਰ ਨਾ ਸੀ, ਰੇਡੀਓ ਹੀ ਖਾਸ ਕਰਕੇ ਹੁੰਦੇ ਸੀ, ਤੁਸੀਂ ਐਲਾਨ ਇਹ ਕਿਸ ਜ਼ਰੀਏ ਸੁਣਿਆ? ਇਹ ਸੁਣਿਆ ਜੀ, ਮੈਂ ਤੁਹਾਨੂੰ ਦੱਸਦਾ, ਤੁਸੀਂ ਅੱਗੇ ਦਾ ਚੱਲਦਾ। ਤੇ ਜਿਸ ਟਾਈਮ ਤੁਸੀਂ ਐਲਾਨ ਸੁਣਿਆ ਵੀ ਇੱਕ ਸਾਨੂੰ ਆਜ਼ਾਦ ਮੁਲਕ ਪਾਕਿਸਤਾਨ ਮਿਲ ਚੁੱਕਿਆ ਜਾਂ ਸਾਡਾ ਮੁਲਕ ਬਣ ਗਿਆ, ਉਸ ਟਾਈਮ ਤੁਹਾਨੂੰ ਖੁਸ਼ੀ ਉਸ ਟਾਈਮ ਕਿੰਨੀ ਕੁ ਹੋਈ ਸੀ? ਖੁਸ਼ੀ ਤਾਂ ਬੜੀ ਹੋਈ ਸੀ ਤੇ ਦੁੱਖ ਵੀ ਬੜਾ ਹੋਇਆ। ਦੁੱਖ ਕਿਸ ਗੱਲ ਦਾ ਹੋਇਆ ਸੀ? ਦੁੱਖ ਵੀ ਘਰ-ਬਾਰ ਆਪਣੇ ਬਦਲ ਜਾਣ। ਤੇ ਜਦੋਂ ਉੱਥੇ ਤੁਸੀਂ ਘਰੋਂ ਹਿਜਰਤ ਕਰਕੇ ਪਾਕਿਸਤਾਨ ਪਹੁੰਚੇ ਹੋ, ਤੁਹਾਡੇ ਨਾਲ ਘਰ ਦੇ ਕਿਤਨੇ ਅਫਰਾਦ ਸੀ, ਕਿਤਨੀ ਫੈਮਿਲੀ ਸੀ? ਸਾਡੀ ਫੈਮਿਲੀ ਤਕਰੀਬਨ 20-25 ਆਦਮੀ ਸੀ। ਤੇ ਉੱਥੋਂ ਤੁਸੀਂ ਘਰੋਂ ਜਦੋਂ ਨਿਕਲੇ ਹੋ ਇੱਧਰ ਪਾਕਿਸਤਾਨ ਆਉਣ ਵਾਸਤੇ, ਤੁਹਾਨੂੰ ਰਸਤੇ ਦੇ ਅੰਦਰ ਕਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਸਾਨੂੰ ਬੜੀ ਉਮਰ ਉੱਥੋਂ ਨਿਕਲੇ ਹਾਂ ਜੀ, ਅਸੀਂ ਪਿੰਡ ਦੇ ਆਪਣੇ ਸਾਰਾ ਪਿੰਡ ਹੀ ਦਰਿਆ ਦੇ ਕਿਨਾਰੇ ਚਲੇ ਗਏ। ਉਸ ਤੋਂ ਸਾਡਾ ਇਰਾਦਾ ਸੀ ਕਿ ਅਸੀਂ ਨਹੀਂ ਜਾਵਾਂਗੇ, ਇੱਥੇ ਬਦਲ ਜੀ ਰਹੇ ਹੋਗੇ। ਸਾਡੇ ਤੇ ਹਮਲਾ ਕਰਾਇਆ ਮਰਟੇ ਕੌਮ ਦਾ ਹਮਲਾ ਕਰਾਇਆ ਸਾਡੇ ਫੌਜੀਆਂ ਨੇ। ਫਿਰ ਅਸੀਂ ਉੱਥੋਂ ਨਿਕਲ ਕੇ ਲੁਧਿਆਣਾ ਸ਼ਹਿਰ ਵਾਲੀ ਰੋਟੀ ਅਸੀਂ ਪੈਦਲ ਚੱਲਦੇ ਆਏ, ਕੋਈ ਗੱਡੀਆਂ ਦੇ ਕੋਈ ਪੈਦਲ। ਇੱਥੇ ਜਿਹੜੇ ਪਹੁੰਚੇ ਅਸੀਂ ਲੁਧਿਆਣੇ 'ਚ ਕੁਦਰਤ ਆਈ ਕਿ ਫਲੱਡ ਆ ਗਿਆ, ਪਾਣੀ ਦਰਿਆ ਜਾ ਰਿਹਾ। ਉਸ ਪਾਣੀ ਨੇ ਕਾਫੀ ਬੰਦੇ ਮਾਰ ਤਾਂ ਗਿਆ, ਬੰਦੇ ਮਾਰ। ਉਸ ਤੋਂ ਬਾਅਦ 20-25 ਦਿਨ ਤੋਂ ਬਾਅਦ ਸਾਨੂੰ ਕੋਈ ਟ੍ਰੇਨ ਵਾਲਾ ਆਰਡਰ ਹੋਇਆ ਕਿ ਟ੍ਰੇਨ 'ਤੇ ਜਾਓ। ਫਿਰ ਟ੍ਰੇਨ ਆਈ, ਟ੍ਰੇਨ 'ਚ ਬਹਿ ਗਏ, ਕੋਈ ਛੱਤ 'ਤੇ ਕੋਈ ਵਿੱਚ। ਜਿਹੜੇ ਤੇ ਛੱਤ 'ਤੇ ਬੈਠੇ ਉਹ ਤਾਂ ਅੱਗੇ ਫਲੋਰ ਦਾ ਪੁਲ ਆਉਂਦਾ ਦਰਿਆ ਦਾ ਜੀ, ਉਹ ਦਰਿਆ ਦੇ ਪੁਲ ਦੇ ਨਾਲ ਥੋੜ੍ਹੇ ਸਾਰੇ ਥੱਲੇ ਦਰਿਆ ਦੇ ਗਿਰ ਕੇ ਸਮਾਨ ਦੀ ਹੁੰਦੇ ਜਿਹੜੇ ਅਸੀਂ ਵਿੱਚ ਬੈਠੇ ਤੇ ਅਸੀਂ ਬੈਠੇ। ਅੱਛਾ, ਤੁਹਾਡੀ ਜਿਹੜੀ ਫੈਮਿਲੀ ਜਿਹੜੇ ਤੋਂ 20-25 ਬੰਦੇ ਘਰੋਂ ਉੱਥੋਂ ਨਿਕਲੇ ਹੋ, ਉਹਨਾਂ ਵਿੱਚ ਵੀ ਕੋਈ ਉਸ ਟਾਈਮ ਕੋਈ ਸ਼ਹਾਦਤ ਉਹਨਾਂ ਵੀ ਸ਼ਹੀਦ ਹੋਏ ਸਨ ਇਸ ਹਮਲੇ ਦੇ ਵਜ੍ਹਾ ਕਿਸੇ 'ਚ? ਹਾਂ ਜੀ, ਸਾਡੀ ਮੇਰੀ ਵਾਲਦਾ ਹੋਈ। ਤੇ ਉਸ ਟਾਈਮ ਤੁਸੀਂ ਕਿਤਨੇ ਬਹਿਨ ਭਾਈ ਸੀ ਜਿਸ ਟਾਈਮ ਉੱਥੋਂ ਤੁਸੀਂ ਹਿਜਰਤ ਕਰਕੇ ਨਿਕਲੇ? ਕਾਫੀ ਸਾਰੇ ਦੇਸ਼ ਬੰਦੇ ਕਿ ਸਾਡਾ ਫੈਮਿਲੀ ਇੱਕੋ ਸੀ ਸਾਰੀ। ਅੱਛਾ, ਜਿਸ ਟਾਈਮ ਤੁਸੀਂ ਉੱਥੋਂ ਹਿਜਰਤ ਕਰਕੇ ਆਏ ਹੋ ਇੰਡੀਆ ਤੋਂ ਪਾਕਿਸਤਾਨ, ਰਸਤੇ ਦੇ ਵਿੱਚ ਤੁਹਾਨੂੰ ਬਾਬਾ ਕਾਇਦੇ ਆਜ਼ਮ ਮਿਲੇ ਸਨ? ਨਹੀਂ। ਤੇ ਕੋਈ ਐਸਾ ਰਹਿਨੁਮਾ ਜਿਨ੍ਹਾਂ ਤਾਂ ਪਾਕਿਸਤਾਨ ਦੀ ਤਾਰੀਖ ਵਿੱਚ ਹਿੱਸਾ ਲਿਆ ਸੀ, ਕੋਈ ਐਸਾ ਤੁਹਾਨੂੰ ਰਹਿਨੁਮਾ ਮਿਲਿਆ? ਕੋਈ ਰਹਿਨੁਮਾ ਨਹੀਂ ਮਿਲਿਆ ਸਾਨੂੰ, ਬਲਕਿ ਸਾਨੂੰ ਦੁਸ਼ਮਣ ਮਿਲੇ ਆ ਜਿਹੜੇ ਰਸਤੇ ਦੁਸ਼ਮਣੀ ਕਰਦੇ।
ਅੱਛਾ ਬਾਬਾ ਜੀ, ਜਦੋਂ ਤੁਸੀਂ ਉੱਥੋਂ ਇੰਡੀਆ ਤੋਂ ਪਾਕਿਸਤਾਨ ਪਹੁੰਚੇ, ਪਾਕਿਸਤਾਨ ਆ ਕੇ ਤੁਸੀਂ ਸਭ ਤੋਂ ਪਹਿਲੇ ਕਿਸ ਸ਼ਹਿਰ ਆ ਕੇ ਕਿਆਮ ਕੀਤਾ? ਸਭ ਤੋਂ ਪਹਿਲੇ ਟ੍ਰੇਨ ਤੋਂ ਲਾ ਦਿੱਤਾ ਜਲੰਧਰ। ਜਲੰਧਰ ਇੱਥੇ ਰੋਜ਼ ਦੀ ਟ੍ਰੇਨ ਨਹੀਂ ਮਿਲਦੀ। ਉੱਥੇ ਖੂਹਾਂ ਵਿੱਚ ਪਾਣੀ ਕੋਈ ਨਾ ਹੋਵੇ, ਜਿੱਥੇ ਪਾਣੀ ਜ਼ਿਆਦਾ ਦੇਖੀਏ ਤਾਂ ਕਤਲ ਵਾਰ ਹੋਏ, ਲਾਸ਼ਾਂ ਵਿੱਚ ਯਾਨੀ ਪਾਣੀ ਤੋਂ ਬਗੈਰ ਰਾਤ ਕੱਢੀ। ਦੂਸਰੇ ਦਿਨ 8-9 ਵਜੇ ਟ੍ਰੇਨ ਆਈ, ਉਹਨੇ ਸਾਰਾ ਕਾਫਲਾ ਜਿੰਨਾ ਸਾਰਾ ਬੈਠਿਆ ਬੈਠੇ ਸ਼ੇਖੂ ਬੜੇ ਸਾਰੇ। ਅੱਛਾ ਬਜ਼ੁਰਗੋ, ਤੁਸੀਂ ਜਿਸ ਟਾਈਮ ਉੱਥੋਂ ਇੰਡੀਆ ਤੋਂ ਨਿਕਲ ਕੇ ਪਾਕਿਸਤਾਨ ਪਹੁੰਚੇ, ਕੋਈ ਤੁਹਾਨੂੰ ਅੱਖੀ ਦੇ ਸਾਹਮਣੇ ਕੋਈ ਉਹ ਵਾਕਿਆ ਕੋਈ ਹਾਲੀ ਯਾਦ ਹੈ ਜਿਹੜਾ ਤੁਹਾਡੇ ਅੱਖੀ ਦੇ ਸਾਹਮਣੇ ਨਹੀਂ ਹਟਦਾ ਪਿਆ ਹਾਲੀ ਤੱਕ ਵੀ? ਕੋਈ ਐਸਾ ਵਾਕਿਆ? ਐਸਾ ਨਹੀਂ ਵਾਕਿਆ ਯਾਨੀ ਕਿ ਅੱਖੀ ਦੇ ਸਾਹਮਣੇ ਕਤਰੋ ਗਾਰਤ ਤੇ ਘੁੰਮਦੀ ਹੈ, ਯਾਨੀ ਕਿ ਤੁਸੀਂ ਆਪਣੀਆਂ ਜਾਨਾਂ ਬਚਾ ਕੇ ਉੱਥੋਂ ਨਿਕਲਦੇ ਹੋ? ਕਤਰੋ ਗਾਰਤ ਆਮ ਹੁੰਦੀ ਪਈ ਸੀ, ਲਾਸ਼ਾਂ ਦੇ ਉੱਤੋਂ ਗੁਜ਼ਰੇ ਅਸੀਂ, ਰਸਤੇ ਲਾਸ਼ਾਂ ਪਈਆਂ ਸੀ ਕਤਰੋ। ਮੇਰੀ ਬਾਲਦਾ ਵੀ ਉੱਥੇ ਹਮਲੇ ਵਿੱਚ ਸ਼ਹੀਦ ਹੋਈ ਸੀ। ਅੱਛਾ, ਜਿਸ ਟਾਈਮ ਤੁਸੀਂ ਇੰਡੀਆ ਤੋਂ ਆਏ ਹੋ ਪਾਕਿਸਤਾਨ, ਜ਼ਿਲ੍ਹਾ ਆਪਣਾ ਸ਼ੇਖੂਪੁਰਾ ਵਿੱਚ, ਇੱਥੇ ਤੁਸੀਂ ਮਹਾਜਰ ਕੈਂਪਾਂ ਦੇ ਵਿੱਚ ਆ ਕੇ ਕਿਤਨੇ ਦਿਨ ਕਿਆਮ ਕੀਤਾ ਹੈ? ਅਸੀਂ ਤਕਰੀਬਨ 8 ਦਿਨ ਕਿਆਮ ਕੀਤਾ ਸ਼ੇਖੂ। ਤੇ ਫਿਰ ਉਸ ਤੋਂ ਬਾਅਦ ਉੱਥੋਂ ਇੱਥੇ ਨਵੇਂ ਸ਼ਹਿਰ ਕਿਸ ਤਰ੍ਹਾਂ ਤੁਸੀਂ ਪਹੁੰਚੇ? ਉਸ ਤੋਂ ਬਾਅਦ ਅਸੀਂ ਚਲੇ ਗਏ ਜੀ ਸ਼ੋਰਕੋਟ। ਸ਼ੋਰਕੋਟ ਸਾਨੂੰ ਪਹਿਲੇ ਰਕਵਾ ਕਿਸੇ ਵਕਤ ਮਿਲਿਆ ਸਰਕਾਰੀ, ਉਹ ਛੱਡ ਕੇ ਚਲੇ ਗਏ ਸੀ ਬਜ਼ੁਰਗ। ਅਸੀਂ ਫਿਰ ਦੁਬਾਰੇ ਉਸ ਤੋਂ ਗਏ ਤਾਂ ਸ਼ਾਇਦ ਕੋਈ ਮਿਲ ਜਾਏਗਾ, ਉਹ ਨਾ ਮਿਲਿਆ। ਤੋ ਉੱਥੇ ਅਸੀਂ ਰੜੇ ਦੇ ਬੈਠੇ ਹਾਂ, ਇੱਕ ਘਰ ਤਾਂ ਉਹਨਾਂ ਨੇ ਪਰਾਤ ਆਟਾ ਲਿਆ ਕੇ ਦੇ ਦਿੱਤਾ ਸਾਨੂੰ, ਬੋਲੇ ਇਹ ਆਟਾ ਹੈ ਕਰਨਾ ਸਾਡੇ ਹੋਰ ਸਾਡੇ ਉੱਤੇ ਅੱਲਾਵਾਰ। ਅਸੀਂ ਰੜੇ ਦੇ ਬੈਠੇ ਰੋਟੀ ਵਗੈਰਾ ਖਾ ਲਿਆ, ਖਾ ਕੇ ਸਵੇਰ ਅੱਲਾਵਾਰ ਸੁਬਾਹ ਫਿਰ ਸਾਰਾ ਮਤਲਬ ਦਾਣਾ ਉਹ ਮੁੰਡਾ ਮਿਲ ਗਿਆ। ਕਾਫੀ ਸਾਰੇ ਦਾਣੇ ਦੇ ਦੁੱਧ ਵਾਸਤੇ ਮੱਝ ਦੇ ਠੀਕ ਹੈ। ਉਹ ਕਾਫੀ ਅੱਛੇ ਬਾਅਦ ਇੱਥੇ ਤੁਸੀਂ ਆਪਣਾ ਨਵੇਂ ਸ਼ਹਿਰ ਕਿਸ ਤਰ੍ਹਾਂ ਆਏ ਹੋ, ਪਹੁੰਚੇ ਹੋ? ਇੱਥੇ ਜੀ ਮੇਰੇ ਲੜਕਾ ਵਿਆਹੇ ਆ, ਉਹਦੇ ਸਹੁਰੇ ਇੱਥੇ ਆ, ਬੇਟੀ ਸਾਡੀ ਹਫ਼ਤਾ ਉਹਦੀ ਵਜ੍ਹਾ ਤੋਂ ਅਸੀਂ ਇੱਥੇ ਨੂੰ 2 ਸਾਲ ਹੋ ਗਏ। ਅੱਛਾ, ਯਾਨੀ ਕਿ ਤੁਸੀਂ ਹਾਲੀ ਇੱਥੇ 2 ਸਾਲ ਹੋਏ ਇੱਥੇ ਮੁਕੀਮ ਹੋਏ ਹੋ। ਅੱਛਾ, ਕੋਈ ਤੁਹਾਡੇ ਉਧਰ ਸਿੱਖ ਦੋਸਤ ਹੈ, ਉਹ ਤੁਹਾਨੂੰ ਯਾਦ ਆਦੀ ਆਉਂਦੇ ਨੇ ਜਾਂ ਉਹਨਾਂ ਦਾ ਨਾਂ ਯਾਦ ਨੇ ਕਿ ਤੁਹਾਡੇ ਨਾਲ ਉੱਥੇ ਪੜ੍ਹਦੇ ਵੀ ਰਹੇ ਨੇ? ਸਾਡੇ ਨਾਲ ਵੀ ਪੜ੍ਹਦੇ ਜਿਹੜੇ ਉਹਨਾਂ ਨੂੰ ਫਤੋ ਫਤਾਰ ਜੋ ਮੰਨਦੇ ਸੀ ਨਾ, ਅਸੀਂ ਵੀ ਕਰਦੇ ਸੀ, ਉਹ ਵੀ ਗੱਲ ਸ਼ਾਇਰ ਕਿਹਦੇ ਕਰਦੇ ਸੀ ਉਹਨਾਂ ਸਾਥ ਬੰਦ ਹੋ ਗਿਆ ਉਸ ਤੋਂ ਕੀਤੀ। ਅੱਛਾ, ਖਤੋ ਖਤੂਤ ਦਾ ਸਿਸਟਮ ਉਸ ਤੋਂ ਬਾਅਦ ਯਾਨੀ ਕਿ ਤੁਸੀਂ ਇੱਕ ਦੂਸਰੇ ਵੱਲੋਂ ਖੈਰੋ ਫੀਅਤ ਦਰਿਆਫਤ ਕਰਦੇ ਰਹੇ ਹੋ? ਤੇ ਕਿਸ ਐਡਰੈਸ ਤੇ ਉਹਨਾਂ ਭੇਜੇ ਜਾਂ ਤੁਸੀਂ ਕਿਸ ਐਡਰੈਸ ਤੇ ਭੇਜਦੇ ਸੋ? ਜਿਹੜੀ ਜਗ੍ਹਾ ਤੇ ਅਸੀਂ ਬੈਠੇ ਸੀ ਨਾ, ਉਸੇ ਜਗ੍ਹਾ ਦਾ ਐਡਰੈਸ ਉਹਨਾਂ ਦਾ ਮੁਕਾਮੀ ਜਿੱਥੇ ਸੀ ਉੱਥੇ ਦੇ ਤੁਹਾਨੂੰ ਤੇ ਫਿਰ ਪਤਾ ਸੀ ਉਹ ਤੇ ਮੁਕਾਮੀ, ਲੇਕਿਨ ਪਹਿਲੇ ਖਤ ਦਾ ਸਿਸਟਮ ਤੁਸੀਂ ਉਹਨਾਂ ਨੂੰ ਸੈਂਡ ਭੇਜਿਆ ਜਾਂ ਉਹਨਾਂ ਤੁਹਾਡੇ ਭੇਜਿਆ? ਉਹਨਾਂ ਨੂੰ ਕਿਵੇਂ ਪਤਾ ਸੀ ਕਿ ਫਲਾਣੀ ਜਗ੍ਹਾ ਤੇ? ਉਹਨਾਂ ਨੂੰ ਪਤਾ ਇਸ ਤਰ੍ਹਾਂ ਕਿ ਅਸੀਂ ਮੁੰਡੇ ਜਿਹੜੇ ਦੇ ਨਾਲ ਤਫਸੀਲ ਨਾਲ ਲੱਗੇ ਪੜ੍ਹਨ ਜੀ, ਉਹਨੂੰ ਮੈਨੂੰ ਦੱਸਿਆ ਕਿ ਇਹਦੀ ਤਫਸੀਲ ਨਾਲ ਠੀਕ ਹੈ। ਮੈਂ ਤਾਂ ਪੜ੍ਹੀ ਸਕੂਲ ਹੀ ਨਹੀਂ ਲੱਭਿਆ ਮੈਨੂੰ ਤਾਂ ਇੱਥੇ ਪੜ੍ਹਨ ਵਾਲਾ। ਇੱਧਰ ਤਾਂ ਸਕੂਲ ਹੀ ਨਾ ਆਇਆ ਸੀ ਨਾ ਉਸ ਟਾਈਮ। ਵਿਹਲੇ ਰਹੇ ਉਹ ਪੜ੍ਹ ਲਏ ਸੀ ਕੀ ਲੱਗਾ। ਅੱਜ ਵੀ ਜੇ ਅਗਰ ਤੁਸੀਂ ਮਾੜਾ ਚੰਗਾ ਆਪਣਾ ਲੇਖ ਪੜ੍ਹਤ ਕਰ ਲੈਂਦੇ ਉਸ ਹਿਸਾਬ ਉਸ ਜ਼ਮਾਨੇ ਦੀਆਂ ਕਿਨੇ 4 ਕਲਾਸਾਂ ਪੜ੍ਹੀਆਂ ਸਨ? ਕਰ ਮੈਂ ਲੈਂਦਾ, ਬਲਕਿ ਮੇਰੇ ਨਾਲ ਮੇਰੇ ਮੈਂ ਵੀ ਦੱਸ ਦਿੰਦਾ ਇੱਥੇ ਵੀ ਗੱਲ ਖਤਮ ਨਹੀਂ। 15-20 ਲੜਕੇ ਖੜੇ, ਕੋਈ ਕਹਿ ਨਹੀਂ 12 ਪੜ੍ਹਿਆ, ਕੋਈ ਕਹਿੰਦਾ 14 ਪੜ੍ਹਿਆ। ਮੇਰੇ ਕੋਲ ਕਹਿੰਦਾ ਹੁਣ ਸੀਦਾ ਸਾਹਿਬ ਦੀ ਹੈ ਜੀ, ਕੋਈ ਸਾਨੂੰ ਪਤਾ ਹੀ ਨਹੀਂ। ਅੱਛਾ, ਸੀਦਾ ਦੇ ਨਹੀਂ ਪਤਾ ਆਏ ਤਾਂ ਹਾਲਤ ਹੈ। ਅੱਛਾ, ਤੁਹਾਨੂੰ ਜਿਹੜਾ ਤੁਸੀਂ ਆਪਣਾ ਉੱਥੋਂ ਘਰ ਬਾਹਰ ਛੱਡ ਕੇ ਨਿਕਲੇ, ਆਪਣੇ ਜਾਨਾਂ ਲੈ ਕੇ ਨਿਕਲੇ ਹੋ, ਉਹ ਤੁਹਾਨੂੰ ਪਿਛਲਾ ਆਪਣਾ ਘਰ ਬਾਹਰ ਯਾਦ ਆਉਂਦਾ ਹੈ ਜਾਂ ਅੱਖੀ ਦੇ ਸਾਹਮਣੇ ਵਾਲੇ ਨਕਸ਼ਾ ਤੇ ਆਉਂਦਾ ਹੋਣਾ? ਯਾਦ ਤੇ ਫਿਰ ਬੜੀ ਆਉਂਦੀ ਹੋਵੇਗੀ ਆਪਣੀ। ਯਾਦ ਤਾਂ ਕਿੱਥੇ ਨਾ ਯਾਦ ਤੇ ਉਧਰ ਜਾਣ ਨੂੰ ਦਿਲ ਤੁਹਾਡਾ ਕਰਦਾ ਵੀ ਕਦੇ ਜਾਈਏ
ਜਾਂ ਆਪਣੀ ਜਗ੍ਹਾ ਵੇਖੀਏ? ਦਿਲ ਤਾਂ ਕਰ ਰਹਾ ਹੈ ਪਰ ਜਾਣਾ ਔਖਾ ਜਾਣਾ ਔਖਾ ਹੈ। ਜਾਣ ਨੂੰ ਦਿਲ ਕਰ ਰਹਾ ਦੇਖੀਏ ਜਗ੍ਹਾ ਇੱਕ ਜਗ੍ਹਾ ਦੇ ਨਕਸ਼ੇ ਬਦਲ ਸਾਰਾ ਕਾਰੋਬਾਰੀ ਬਣ ਗਏ। ਅਗਰ ਅੱਜ ਵੀ ਤੁਹਾਡਾ ਉੱਥੇ ਕਿਸੇ ਦੋਸਤ ਨਾਲ ਆਪਣੇ ਘਰੇ ਸਿੱਖ ਬਰਾਦਰੀ ਸਨ ਉਸ ਦੇ ਨਾਲ ਅਗਰ ਤੁਹਾਡੇ ਰਾਬਤੇ ਹੋ ਜਾਣ ਅੱਜ ਤੇ ਫਿਰ ਉਹ ਜਗ੍ਹਾ ਵੇਖਣੀ ਵਿਖਾਣੀ ਤੇ ਆਸਾਨ ਇੰਟਰਨੈਟ ਦੌਰ ਹੈ। ਉਹ ਅਗਰ ਅੱਜ ਵੀ ਤੁਹਾਨੂੰ ਜਗ੍ਹਾ ਆਪਣੀ ਵਿਖਾਣ ਤੇ ਫਿਰ ਤੁਸੀਂ ਆਪਣੀ ਜਗ੍ਹਾ ਉਸ ਜਾਣ ਲਓ ਤੇ ਇੱਥੇ ਮੈਂ ਦੇਖ ਕੇ ਕਦੇ ਬਹੁਤ ਜਗ੍ਹਾ ਦਿਖਾਈ ਦੀ ਮੰਦੇ ਨੇ ਆਪਣੇ ਪਿੰਡ ਵੀ ਰਸਤੇ ਵੀ ਸਾਰੇ ਵਿੱਚ ਖਾਣੇ ਅੱਛਾ। ਤੇ ਅੱਜ ਦੇ ਜਿਹੜੇ ਨੌਜਵਾਨ ਨੇ ਨੌਜਵਾਨ ਆਪਣੀ ਨਸਲ ਹੈ ਇਹ 14 ਅਗਸਤ ਨੂੰ ਉਹ ਮੋਟਰਸਾਈਕਲਾਂ ਦੇ ਸਲੈਂਸਰ ਲਾ ਲੈਂਦੇ ਨੇ ਟਾਪੇ ਲਾ ਲੈਂਦੇ ਵਲ ਵਿਲਨ ਕਰਦੇ ਤੇ ਉਹਦੇ ਬਾਰੇ ਤੁਹਾਡਾ ਮੈਸੇਜ ਕੀ ਹੈ ਵੀ ਅਸਾਂ ਪਾਕਿਸਤਾਨ ਕਿਸ ਤਰ੍ਹਾਂ ਹਾਸਲ ਕੀਤਾ ਤੇ ਇਹ ਹੁਣ ਕਿਸ ਤਰ੍ਹਾਂ ਇਹ ਫਿਰ ਦੁਬਾਰਾ ਅੰਗਰੇਜ਼ਾਂ ਦੇ ਹੱਥੇ ਹਵਾਲੇ ਕਰੂਗਾ? ਹਵਾਲੇ ਕਿਹਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹਦੀ ਕਦਰ ਦਾ ਕਿਵੇਂ ਹਾਸਲ ਕੀਤਾ। ਜੇ ਪਤਾ ਹੋਵੇ ਇਹ ਕੰਮ ਨਾ ਕਰਨ ਨਾ ਹੋ ਸਰਾਂਸਰ ਲਾਉਣੇ ਭਜਾਉਣੇ ਉਹਨਾਂ ਕਰਨ ਕੋਈ ਨਹੀਂ। ਉਹ ਬਾਜੇ ਉਹਨਾਂ ਫੱਦੇ ਹੁੰਦੇ ਨੇ ਪਾਂ ਪਾਂ ਕਰਦੇ ਨੇ ਅਗਰ ਇਹਦਾ ਮਤੜਾ ਤਰਾ ਨਿਕਲ ਜਾ। ਜੀ ਨਾਜ਼ਰੀਨ ਅੱਜ ਦੇ ਜਿਹੜੇ ਨੌਜਵਾਨ ਨਸਲ ਹੈ ਉਹਨਾਂ ਨੂੰ ਇਸ ਪਾਕਿਸਤਾਨ ਦੀ ਕੁਰਬਾਨੀ ਤੇ ਨਹੀਂ ਪਤਾ। ਇਹ ਬਜ਼ੁਰਗ ਨੇ ਸਾਡੇ ਨਾਲ ਸਨ ਤੁਸੀਂ ਆਪ ਵੇਖ ਰਹੇ ਸਾਂ ਕਿ ਇਹ ਗੱਲ ਕਰਦਿਆਂ ਗੱਲ ਦੇ ਦਰਮਿਆਨ ਇਹ ਰੋ ਪਾਉਂਦੇ ਸਨ ਲੇਕਿਨ ਜਿਸ ਟਾਈਮ ਉਹਨਾਂ ਦੇ ਕੋਲ ਐਸਾ ਕੋਈ ਵਾਕਿਆ ਪੁੱਛੀਏ ਐਸਾ ਵਾਕਿਆ ਅੱਜ ਦੇ ਜਿਹੜੇ ਨੌਜਵਾਨ ਨਸਲ ਹੈ ਸਾਡੀ ਉਹ ਉਹਨਾਂ ਨੂੰ ਬਸ ਇੱਕ ਹੀ ਪਤਾ ਹੈ ਵੀ 14 ਅਗਸਤ ਅਸਾਂ ਫਲਾਨੀ ਜਾਤ ਤੇ ਮਨਾਣਾ ਹੈ ਫਲਾਨੀ ਜਾਤ ਤੇ ਮਨਾਣਾ ਹੈ। लेकिन इस नौजवान नस्ल के पैगाम है कि इस दिन कम से कम और कुछ भी नहीं ना फंक्शन वगैरह छड़ देने कम से कम कि उस वतन की खातर साडे इस मुल्क की खातर शहीद हुए सन कम से कम उनके वास्ते सुबह उठ के फातिहा खानी करन कलाम ही पढ़ के बख्श लेने। अज जेडे नौजवान ने सवेरे उठते ने स्कूटर ते सलसर ला लेंदे टापे ला लेंदे वन विलंग या आप मार गया या अगले मार दिता। ते इस नाल ही मैं तुहाडा अपना होस्ट चौधरी बाबर शेर कांजू नूं इजाजत चाहना। पाकिस्तान जिंदाबाद। जी इहदे नाल साडे इत्थे इस बुजुर्ग दे खानदान दे विचों समाजिक कारकुन तारक रशीद चौधरी साहब मौजूद ने ते असीं इस हवाले नाल गल करने भी कि नौजवान नस्ल नूं की पैगाम देना चाहते हैं भी 14 अगस्त के दिन ये आवाम या ये नौजवान नस्ल की करना चाहती है? जी अस्सलाम वालेकुम। वालेकुम सलाम। जी तारक साहब जी आवाम है क्योंकि तुहाडे खानदान ने इंडिया तो हिजरत करके पाकिस्तान आए ने वो किस तरह उन्होंने बड़ियां कुर्बानियां दे के पाकिस्तान हासिल किया लेकिन अज की जी नौजवान है मैं कहना ये कुर्बानियां दे के अगला भी मुल्क इस हथी दे बने इहदे हवाले तुहाडा की आखर ख्याल है? आपने सुना कि हमारे बुज़ुर्ग हमारे आबा व अजदाद जो इंडिया से इस्लाम की खातर मुल्क की खातर हिजरत करके आए हैं तो इनकी कुर्बानियाँ जो हैं हमें आज भी याद हैं। जब भी ये हमें हमारे पास बैठते हैं अपने वालिदैन के अपने बरादरी के अपने बेटों की दास्तान सुनाती हैं दिल उनके आंसू होता है। तो मैं 14 अगस्त के हवाले से खुसूसन बिलखसूस अपनी नौजवान नस्ल को ये पैगाम देना चाहता हूँ कि सुबह फजर की नमाज़ पढ़ी जाए और जो हमारे आबा व अजदाद हिजरत करने के वक्त शहीद हो गए हैं हमारी बहनें औरतें और मर्द उनके लिए कम से कम सुबह फातिहा खानी हो और फिर अल्लाह का शुक्र अदा किया जाए कि हमें पाकिस्तान मिला। हमारे आबा व अजदाद ने बहुत सी कुर्बानियाँ दी लेकिन पाकिस्तान सरजमीन के लिए ये कुर्बानियाँ दी और हमें इस पाकिस्तान बनने पर फ़ख्र है। हम भी और हमारे आबा व अजदाद भी इस पर फ़ख्र करते हैं और पाकिस्तान में आकर हम नमाज रोज़ा जो इस्लामी इबादत हैं खुलेआम करते हैं। यही हमारा मान है और यही हमारा फ़ख्र है। पाकिस्तान जिंदाबाद।